ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਕੀ ਹਾਲ ਹੈ ਸਾਰਿਆਂ ਦਾ? ਅੱਜ ਦਾ ਜਿਹੜਾ ਟੌਪਿਕ ਹੈ, ਕੰਪੈਰੀਜ਼ਨ ਆਫ ਸਿੱਖ ਹਿਸਟਰੀ। 6th ਗੁਰੂ ਤੋਂ ਲੈ ਕੇ 10th ਗੁਰੂ ਤੱਕ ਦੀ ਜਿਹੜੀ ਸਿੱਖ ਹਿਸਟਰੀ ਸੀਗੀ, ਉਹਨਾਂ ਦਾ ਕੰਪੈਰੀਜ਼ਨ ਵਿਦ ਮੁਗਲਸ, ਪੁਰਤਗਾਲਸ, ਨਵਾਬ ਆਫ ਬੰਗਾਲ, ਡੱਚ, ਦੀਵਾਨ ਆਫ ਮੈਸੂਰ, ਡੈਨਿਸ਼, ਮਰਾਠਾ, ਪੇਸ਼ਵਾ, ਬ੍ਰਿਟਿਸ਼, ਠੀਕ ਹੈ, ਫਰਾਂਸ। ਇਹ ਪਾਰਟ 2 ਹੈ। ਪਾਰਟ 1 ਦੇ ਵਿੱਚ ਆਪਾਂ ਫਸਟ, ਸੈਕਿੰਡ, ਥਰਡ, ਫੋਰਥ ਤੇ 5th ਗੁਰੂ ਸਾਹਿਬਾਨ ਦਾ ਜ਼ਿਕਰ ਕੀਤਾ ਸੀ। ਇਹਦੇ ਵਿੱਚ 6ਵੇਂ ਤੋਂ ਲੈ ਕੇ 10ਵੇਂ ਗੁਰੂ ਸਾਹਿਬਾਨ ਦਾ ਜ਼ਿਕਰ ਕਰਨਾਗੇ, ਠੀਕ ਹੈ। ਦੇਖੋ, ਕੰਪੈਰੀਜ਼ਨ ਆਫ ਸਿੱਖ ਗੁਰੂ, ਤੁਹਾਨੂੰ ਮੈਂ ਦੱਸਤਾ ਆਲਰੇਡੀ। ਸਿੱਖ, ਮੁਗਲ, ਪੁਰਤਗਾਲ, ਬੰਗਾਲ, ਡੱਚ, ਦੀਵਾਨ ਆਫ ਮੈਸੂਰ, ਡੈਨਿਸ਼, ਮਰਾਠਾ, ਪੇਸ਼ਵਾ, ਫਰਾਂਸ ਐਂਡ ਬ੍ਰਿਟਿਸ਼ਰਸ, ਇਹਨਾਂ ਨਾਲ ਕੰਪੈਰੀਜ਼ਨ ਅਸੀਂ ਕਰਾਂਗੇ, ਠੀਕ ਹੈ। 6th ਗੁਰੂ, ਗੁਰੂ ਹਰਗੋਬਿੰਦ ਜੀ, ਇਹਨਾਂ ਦਾ ਜਿਹੜਾ ਟਾਈਮ ਲਾਈਨ ਸੀਗਾ 606 ਤੋਂ ਲੈ ਕੇ 614 ਤੱਕ ਸੀਗਾ, ਠੀਕ ਹੈ। ਇਹਨਾਂ ਦੇ ਟਾਈਮ ਦੇ ਵਿੱਚ ਜਹਾਂਗੀਰ ਸੀ। 606 ਤੋਂ ਲੈ ਕੇ 627 ਦੇ ਵਿੱਚ ਜਹਾਂਗੀਰ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਸ਼ਾਹਜਹਾਂ ਸੀ 627 ਤੋਂ ਲੈ ਕੇ 644 ਤੱਕ, ਠੀਕ ਹੈ। ਤੁਹਾਨੂੰ ਮੈਂ ਲਾਸਟ ਵੀਡੀਓ 'ਚ ਦੱਸਿਆ ਸੀਗਾ ਵੀ ਅਗਰ ਮੁਗਲਸ ਨੂੰ, ਇੰਪੋਰਟੈਂਟ ਮੁਗਲ ਐਂਪਰਰ ਨੂੰ ਤੁਸੀਂ ਯਾਦ ਕਰਨਾ ਤਾਂ ਇੱਕ ਵਰਡ ਯਾਦ ਰੱਖਣਾ, ਭਾਜਪਾ, ਬੀਜੇਪੀ, ਠੀਕ ਹੈ। ਬੀਜੇਪੀ ਤੋਂ ਭਾਜਪਾ ਦਾ ਭਾਜਸਾ, ਲਾਸਟ ਵੀਡੀਓ ਜ਼ਰੂਰ ਦੇਖਿਓ, ਠੀਕ ਹੈ। ਉਹਦੇ ਤੋਂ ਸੀਗਾ ਬਾਬਰ, ਹਿਮਾਯੂ, ਅਕਬਰ, ਠੀਕ ਹੈ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ। ਹੁਣ ਪੁਰਤਗਾਲ ਜਿਹੜੇ ਸੀਗੇ ਇਹ ਆਲਰੇਡੀ ਚੱਲ ਰਹੇ ਸੀਗੇ, ਹੁਣ ਇਹ ਵੀ ਐਕਟਿਵ ਹੋ ਗਏ ਪੁਰਤਗਾਲ ਜਿਹੜੇ ਸੀਗੇ। ਤੇ ਜਿਹੜੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ, ਇਹ ਨਵੀਂ ਨਵੀਂ ਆਈ ਸੀ। ਇਹ ਪੁਰਤਗਾਲ ਵਾਲੇ ਚਾਹੁੰਦੇ ਸੀਗੇ ਵੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਪੈਰ ਨਾ ਲੱਗੇ ਜਾਣ ਹਿੰਦੁਸਤਾਨ ਦੇ ਵਿੱਚ, ਕਿਉਂਕਿ ਆਲਰੇਡੀ ਇਹ ਤਾਂ ਕਾਫੀ ਦੇਰ ਤੋਂ ਉਹਦੇ ਕੰਮ ਕਰ ਰਹੇ ਸੀ, ਮਸਾਲਿਆਂ ਦਾ ਬਿਜ਼ਨਸ ਤੇ ਬਾਕੀ ਚੀਜ਼ਾਂ ਦਾ ਬਿਜ਼ਨਸ ਕਰ ਰਹੇ ਸੀਗੇ। ਤੇ ਇਹਨਾਂ ਦੋਨਾਂ ਦੇ ਵਿੱਚ ਜਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਆਈ ਤਾਂ 1608 ਦੇ ਵਿੱਚ ਆਈ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ, ਤਾਂ 4 ਸਾਲ ਬਾਅਦ ਬੈਟਲ ਆਫ ਸਵਾਲੀ ਹੋ ਗਿਆ ਸੀ ਪੁਰਤਗਾਲ ਦੇ ਵਿੱਚ ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਜਿਹਦੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਿੱਤ ਗਈ ਸੀ, ਠੀਕ ਹੈ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਿਹੜੀ ਸੀ 1608 ਦੇ ਵਿੱਚ ਆ ਗਈ ਸੀ। ਕੈਪਟਨ ਹੌਕਿੰਸ ਸੂਰਤ 'ਚ ਆਇਆ ਸੀ, ਸੂਰਤ ਦੇ ਵਿੱਚ ਰੀਚ ਕੀਤਾ ਸੀ। ਤੇ ਇਹਨੇ ਕੀ ਕੀਤਾ, ਇਹਨੇ 1609 ਦੇ ਵਿੱਚ ਇਹਨੇ ਜਹਾਂਗੀਰ ਤੋਂ ਪਰਮਿਸ਼ਨ ਲਈ ਵੀ ਆਪਣੀ ਫੈਕਟਰੀ ਸਾਨੂੰ ਖੋਲ੍ਹਣ ਦੀ ਪਰਮਿਸ਼ਨ ਦਿਓ। ਇੱਕ ਤਾਂ ਦੇਖੋ, ਸਮਝਣ ਦੀ ਕੋਸ਼ਿਸ਼ ਕਰੋ, ਇੱਕ ਤਾਂ ਮੁਗਲ ਐਂਪਰਰ ਦਾ ਅੰਦਰਲਾ ਏਰੀਆ, ਜਿੱਦਾਂ ਹੁਣ ਮੰਨ ਲਓ ਵੀ ਪੰਜਾਬ ਹੈ, ਇੱਕ ਤਾਂ ਪੰਜਾਬ ਦਾ ਏਰੀਆ ਹੈ, ਠੀਕ ਹੈ, ਇੱਕ ਪੰਜਾਬ ਤੋਂ ਬਾਹਰ ਵਾਲਾ ਏਰੀਆ। ਉੱਦਾਂ ਹੀ ਮੁਗਲ, ਇੱਕ ਮੁਗਲਾਂ ਦਾ ਏਰੀਆ ਸੀ, ਇੱਕ ਤੇ ਮੁਗਲਾਂ ਦੇ ਬਾਹਰ ਵਾਲਾ ਏਰੀਆ। ਜਿਹੜਾ ਕੁਐਸਚਨ ਪੁੱਛਿਆ ਜਾਂਦਾ, ਫਸਟ ਫੈਕਟਰੀ ਕਿੱਥੇ ਇਹਨਾਂ ਨੇ ਸੈਟਅਪ ਕੀਤੀ? ਜਿਹੜੀ ਫਸਟ ਫੈਕਟਰੀ ਜਿਹੜੀ ਇਹਨਾਂ ਨੇ ਸੈਟਅਪ ਕੀਤੀ ਸੀ ਮਸੂਲੀਪਟਨਮ 'ਚ ਕੀਤੀ ਸੀ। ਬਟ ਮਸੂਲੀਪਟਨਮ ਜਿਹੜਾ ਸੀ ਇਹ ਮੁਗਲ ਐਂਪਰਰ ਤੋਂ ਬਾਹਰ ਵਾਲਾ ਏਰੀਆ ਸੀਗਾ, ਤੇ ਮੁਗਲ ਐਂਪਰਰ ਦੇ ਇੰਪਾਇਰ ਦੇ ਵਿੱਚ ਕਿੱਥੇ ਕੀਤੀ? ਸੂਰਤ ਦੇ ਵਿੱਚ। ਇਹ ਦੋਨੋਂ ਚੀਜ਼ਾਂ ਯਾਦ ਰੱਖਣੀਆਂ ਨੇ। In 1609 he took permission from ਜਹਾਂਗੀਰ, ਉਹ ਜਹਾਂਗੀਰ ਸੀਗਾ ਇਸ ਟਾਈਮ, to open first factory in ਮਸੂਲੀਪਟਨਮ। ਇਹ ਆਊਟਸਾਈਡ ਮੁਗਲ ਐਂਪਾਇਰ, ਠੀਕ ਹੈ, ਮੁਗਲ ਐਂਪਾਇਰ ਦੇ ਆਊਟਸਾਈਡ ਜਿਹੜਾ ਸੀ, ਜਿਹੜਾ ਉਹਦੇ ਕੀਤਾ। ਐਂਡ ਇਨ ਸੂਰਤ ਅੰਡਰ ਮੁਗਲ ਐਂਪਾਇਰ, ਠੀਕ ਹੈ। In 1615 ਥੋਮਸ ਰੋ also got permission from ਜਹਾਂਗੀਰ to set up factory anywhere in ਮੁਗਲ। ਥੋਮਸ ਰੋ ਨੇ 1619 ਫਿਰ ਪਰਮਿਸ਼ਨ ਇੱਕ ਰਿਨਿਊ ਕੀਤੀ ਵੀ ਸਾਨੂੰ ਪਰਮਿਸ਼ਨ ਦੇ ਦਿਓ, ਅਸੀਂ ਜਿੱਥੇ ਮਰਜ਼ੀ ਸੈਟਅਪ ਕਰ ਦਈਏ। ਉਹਨੇ ਪਰਮਿਸ਼ਨ ਦੇ ਦਿੱਤੀ ਜੀ 1615 ਦੇ ਵਿੱਚ, ਜਿੱਥੇ ਤੁਹਾਡਾ ਦਿਲ ਕਰਦਾ ਕਰ ਦਿਓ, ਕੋਈ ਪ੍ਰੋਬਲਮ ਨਹੀਂ। ਹੁਣ 1616 ਦੇ ਵਿੱਚ ਡੈਨਿਸ਼ ਵੀ ਆ ਗਏ ਸੀਗੇ, ਪਰ ਡੈਨਿਸ਼ ਦਾ ਜਿਹੜਾ ਮੇਨ ਕੰਮ ਸੀਗਾ ਇਹ ਕ੍ਰਿਸਚੀਅਨਿਟੀ ਨੂੰ ਪ੍ਰਮੋਟ ਕਰਨਾ ਸੀਗਾ, ਠੀਕ ਹੈ, ਤੇ ਬਿਜ਼ਨਸ ਨੂੰ ਨਹੀਂ ਕਰਨਾ ਸੀ, ਕ੍ਰਿਸਚੀਅਨਿਟੀ ਨੂੰ ਪ੍ਰਮੋਟ ਕਰਨਾ ਸੀ। ਬਾਕੀ ਜਿਹੜੇ ਸੀਗੇ ਬੰਗਾਲ, ਮੈਸੂਰ, ਮਰਾਠਾ, ਪੇਸ਼ਵਾ, ਫਰਾਂਸ, ਇਹ ਉਸ ਟਾਈਮ ਪ੍ਰੈਜ਼ੈਂਟ ਨਹੀਂ ਸੀਗੇ 6ਵੇਂ ਗੁਰੂ ਸਾਹਿਬਾਨ ਦੇ ਟਾਈਮ ਤੇ। 7ਵੇਂ ਗੁਰੂ ਸਾਹਿਬਾਨ ਦੇ ਗੁਰੂ ਹਰ ਰਾਏ ਜੀ ਦਾ ਜਿਹੜਾ ਟਾਈਮ ਪੀਰੀਅਡ ਸੀਗਾ, ਠੀਕ ਹੈ, ਆਪਾਂ ਟਾਈਮ ਲਾਈਨ ਮੰਨ ਲਈ 1644 ਤੋਂ ਲੈ ਕੇ 1661 ਤੱਕ। ਇਸ ਟਾਈਮ ਸ਼ਾਹਜਹਾਂ ਕੰਟੀਨਿਊ ਕਰ ਰਿਹਾ ਸੀ 1644 ਤੋਂ ਲੈ ਕੇ 1658 ਤੱਕ, ਫਿਰ ਇਹਦੀ ਡੈਥ ਹੋ ਗਈ ਸੀ 58। ਔਰੰਗਜ਼ੇਬ ਆ ਗਿਆ ਸੀ 58, ਠੀਕ ਹੈ, ਤੇ 61 ਤੱਕ, ਆਪਾਂ 61 ਤੱਕ ਦਾ ਹੀ ਕਰ ਰਹੇ ਹਾਂ। ਜਦੋਂ ਔਰੰਗਜ਼ੇਬ ਆਇਆ, ਠੀਕ ਹੈ, ਉਸ ਟਾਈਮ ਇਹਦੇ ਬ੍ਰਦਰ ਵੀ ਸੀਗਾ, ਦਾਰਾ ਸ਼ਿਕੋ ਇਹਦਾ ਵੱਡਾ ਭਰਾ ਵੀ ਸੀਗਾ, ਠੀਕ ਹੈ। ਹੁਣ ਜਿਹੜੀ ਸੀ ਮੁਗਲ ਐਂਪਰਰ ਦੀ ਜਿਹੜੀ ਸੀ ਇੱਕ ਗੱਦੀ ਦੀ ਲੜਾਈ ਸੀਗੀ, ਇਹਨੇ 29/5/1658 ਨੂੰ ਆਪਣੇ ਵੱਡੇ ਭਰਾ ਦਾਰੂ ਸ਼ਿਖਾ ਦੇ ਨਾਲ ਲੜਾਈ ਹੋਈ, ਇਹਦੀ ਬੈਟਲ ਆਫ ਸਾਮੂਗੜ, ਜਿਹਦੇ ਵਿੱਚ ਔਰੰਗਜ਼ੇਬ ਜਿੱਤ ਗਿਆ, ਦਾਰੂ ਸ਼ਿਖਾ ਭੱਜ ਗਿਆ। ਫਿਰ 1658 ਦੇ ਵਿੱਚ ਫਿਰ ਇਹਦੀ ਦਾਰਾ ਸ਼ਿਕੋ ਨਾਲ ਫਿਰ ਲੜਾਈ ਹੋਈ, ਬੈਟਲ ਆਫ ਤਰਮਾਟ, ਠੀਕ ਹੈ, ਜਿਹਦੇ ਵਿੱਚ ਦਾਰਾ ਸ਼ਿਕੋ ਜਿਹੜਾ ਸੀ ਇਹ ਮਾਰਿਆ ਗਿਆ ਸੀ, ਠੀਕ ਹੈ। ਫਿਰ 1659 5 ਜਨਵਰੀ
1659 ਦੇ ਵਿੱਚ ਇਹਦਾ ਇੱਕ ਵੱਡਾ ਬ੍ਰਦਰ ਸੀਗਾ, ਇਹਦਾ ਬ੍ਰਦਰ ਸੀਗਾ ਸ਼ਾਹ ਸੂਜਾ, ਇਹਦੇ ਨਾਲ ਫਿਰ ਇਹਦੇ ਨਾਲ ਵੀ ਲੜਾਈ ਹੋਈ ਇਹਦੀ, ਬੈਟਲ ਆਫ ਖਾਜਵਾ। ਠੀਕ ਹੈ, ਕਿਉਂਕਿ ਇਹ ਔਰੰਗਜ਼ੇਬ ਦੇ ਟਾਈਮ ਤੇ ਜਿਹੜੀਆਂ ਸੀ ਆਪਸ ਭਰਾਵਾਂ ਦੇ ਵਿੱਚ ਕਾਫੀ ਲੜਾਈਆਂ ਹੋ ਰਹੀਆਂ ਸੀ ਉਹਨੂੰ ਗੱਦੀ ਨੂੰ ਲੈ ਕੇ, ਜਿਹੜਾ ਮੁਗਲ ਐਮਪਾਇਰ ਨੂੰ ਲੈ ਕੇ। ਪੁਰਤਗਾਲ ਵਾਲੇ ਵੀ ਆਪਣਾ ਸ਼ਾਂਤੀ ਨਾਲ ਕੰਮ ਕਰ ਰਹੇ ਸੀਗੇ, ਕਿਉਂਕਿ 1612 ਦੇ ਵਿੱਚ ਤੇ ਬੈਟਲ ਆਫ ਸਵਾਲੀ ਆਪਾਂ ਦੇਖਿਆ ਸੀ ਨਾ, ਹਾਰ ਚੁੱਕੇ ਸੀਗੇ। ਹੁਣ ਆਰਾਮ ਨਾਲ ਆਪਣਾ ਕੰਮ ਕਰ ਰਹੇ ਸੀਗੇ, ਜੋ ਆਲਰੇਡੀ ਕਰ ਰਹੇ ਸੀ। ਇਹਨਾਂ ਨੇ ਐਕਸਪੈਂਸ਼ਨ ਦਾ ਜ਼ਿਆਦਾ ਨਹੀਂ ਕੀਤਾ। ਬ੍ਰਿਟਿਸ਼ ਈਸਟ ਇੰਡੀਆ ਵੀ ਕੰਪਨੀ ਆਪਣਾ ਕੰਮ ਕਰ ਰਹੀ ਸੀ, ਉਹ ਆਪਣਾ ਬਿਜ਼ਨਸ ਕਰ ਰਹੀ ਸੀ। ਡੈਨਿਸ਼ ਵੀ ਆਪਣਾ ਕੰਮ ਕਰ ਰਹੇ ਸੀ। ਹੁਣ ਗੁਰੂ ਹਰਰਾਏ ਜੀ ਦੇ ਟਾਈਮ ਤੇ ਮਰਾਠਾ ਵੀ ਆ ਗਏ, ਸ਼ਿਵਾਜੀ ਵੀ ਮੈਦਾਨ ਦੇ ਵਿੱਚ ਆ ਚੁੱਕੇ ਸੀਗੇ। 1646 ਤੋਂ ਲੈ ਕੇ 1680 ਤੱਕ ਸ਼ਿਵਾਜੀ ਰਹੇ ਨੇ, ਤੇ ਪਰ ਆਪਾਂ 1661 ਤੱਕ ਦੀ ਗੱਲ ਕਰਦੇ, ਸ਼ਿਵਾਜੀ ਆ ਚੁੱਕੇ ਸੀਗੇ। 1646 ਦੇ ਵਿੱਚ 1646 ਦੇ ਵਿੱਚ ਇਹਨਾਂ ਨੇ ਇੱਕ ਫੋਰਟ ਆਫ ਤੋਰਾਨ, ਠੀਕ ਹੈ, ਇਹ ਆਦਿਲ ਸ਼ਾਹ ਤੋਂ ਇਹਨਾਂ ਨੇ ਕੈਪਚਰ ਕਰ ਲਿਆ। ਆਦਿਲ ਸ਼ਾਹ ਮੁਗਲ ਐਮਪਾਇਰ ਦਾ ਇੱਕ, ਠੀਕ ਹੈ, ਇੱਕ ਜਿਹੜਾ ਵੱਡਾ ਪੋਸਟ ਤੇ ਸੀ, ਆਦਿਲ ਸ਼ਾਹ ਤੋਂ ਫੋਰਟ ਆਫ ਤੋਰਨ ਇਹਨਾਂ ਨੇ ਕੈਪਚਰ ਕਰ ਲਿਆ। ਠੀਕ ਹੈ, ਤੇ ਇਹੀ ਐਕਟੀਵਿਟੀ ਸੀਗੇ, ਬਾਕੀ ਜਿਹੜੇ ਸੀਗੇ ਉਹ ਨਹੀਂ ਸੀਗੇ। ਉਸ ਤੋਂ ਬਾਅਦ ਚ ਗੁਰੂ ਹਰਕ੍ਰਿਸ਼ਨ ਜੀ ਦਾ ਟਾਈਮ ਸੀਗਾ 1661 ਤੋਂ ਲੈ ਕੇ 1664 ਦੇ ਵਿੱਚ। ਇਹਦੇ ਚ ਮੁਗਲ ਐਮਪਰ ਜਿਹੜਾ ਸੀ ਔਰੰਗਜ਼ੇਬ ਸੀ, ਪੁਰਤਗਾਲ, ਬ੍ਰਿਟਿਸ਼ ਸੀਗੇ, ਸਾਰੇ ਆਪਣੇ ਆਪਣੇ ਕੰਮ ਕਰ ਰਹੇ ਸੀਗੇ। ਸ਼ਿਵਾਜੀ ਵੀ ਆਪਣਾ ਕੁਝ ਕਰ ਰਹੇ ਸੀ ਐਕਟੀਵਿਟੀ, ਪਰ ਬਹੁਤ ਜ਼ਿਆਦਾ ਮਤਲਬ ਇਸ ਟਾਈਮ ਦੇ ਵਿੱਚ ਕੁਝ ਜ਼ਿਆਦਾ ਨਹੀਂ ਹੋਇਆ, ਬਾਕੀ ਨਹੀਂ ਸੀਗੇ। ਗੁਰੂ ਤੇਗ ਬਹਾਦਰ ਜੀ ਦਾ ਟਾਈਮ ਸੀ 1664 ਤੋਂ ਲੈ ਕੇ 1675। ਮੁਗਲ, ਔਰੰਗਜ਼ੇਬ, ਪੁਰਤਗਾਲ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਡੈਨਿਸ਼ ਆਪਣਾ ਕੰਮ, ਪਰ ਮਰਾਠੇ ਬੜੇ ਐਕਟਿਵ ਸੀਗੇ। ਸ਼ਿਵਾਜੀ ਦੇ ਟਾਈਮ ਦੇ ਵਿੱਚ ਮਰਾਠੇ ਜਿਹੜੇ ਸੀ ਬੜੇ ਐਕਟਿਵ ਸੀਗੇ। 1664 ਤੋਂ ਲੈ ਕੇ 1675 11 ਸਾਲ ਮਰਾਠਿਆਂ ਨੇ ਕਾਫੀ ਹਲਚਲ ਕੀਤੀ ਔਰੰਗਜ਼ੇਬ ਦੇ ਖਿਲਾਫ। 1664 ਦੇ ਵਿੱਚ ਇਹਨਾਂ ਨੇ ਇੱਕ ਸੂਰਤ ਦੀ ਇੱਕ ਲੁੱਟ ਕੀਤੀ, ਜਿਹਦੇ ਵਿੱਚ 1 ਕਰੋੜ ਰੁਪਏ ਤੋਂ ਜ਼ਿਆਦਾ ਜਿਹੜਾ ਸੀਗਾ ਔਰੰਗਜ਼ੇਬ ਦਾ ਲੁੱਟ ਕੇ ਲੈ ਗਏ ਸੀਗੇ। ਫਿਰ 1665 ਦੇ ਵਿੱਚ ਇੱਕ ਟ੍ਰੀਟੀ ਆਫ ਪੁਰੰਦਰ ਹੋਈ ਸੀ ਸ਼ਿਵਾਜੀ ਤੇ ਔਰੰਗਜ਼ੇਬ ਦੀ, ਤੇ ਜਿਹਦੇ ਵਿੱਚ ਸ਼ਿਵਾਜੀ ਨੇ ਆਪਣੇ 23 ਜਿਹੜੇ ਸੀ ਫੋਰਟਸ, 35 ਫੋਰਟਸ ਵਿੱਚੋਂ 23 ਫੋਰਟ ਜਿਹੜੇ ਸੀ ਆਪਣੇ ਹਾਰ ਗਏ ਸੀਗੇ, ਲੋਸਟ ਕਰ ਗਏ ਸੀ। ਠੀਕ ਹੈ, 1670 ਦੇ ਵਿੱਚ ਫਿਰ ਇਹਨਾਂ ਨੇ ਦੂਸਰੀ ਲੁੱਟ ਕੀਤੀ ਸੂਰਤ ਦੀ। 1674 ਦੇ ਵਿੱਚ ਜਿਹੜੇ 23 ਕਿਲੇ ਸ਼ਿਵਾਜੀ ਹਾਰੇ ਸੀਗੇ, ਇਹਨਾਂ ਨੇ 1674 ਦੇ ਵਿੱਚ, ਠੀਕ ਹੈ, 9 ਸਾਲ ਬਾਅਦ ਇਹ ਸਾਰੇ ਕਿਲੇ ਆਪਣੇ ਵਾਪਸ ਕੈਪਚਰ ਕਰ ਲਏ ਸੀਗੇ। ਠੀਕ ਹੈ, ਜਿਹੜਾ ਪੇਸ਼ਵਾ ਹੋਏ ਨੇ, ਇਹ ਹੋਏ ਨੇ ਮਰਾਠਿਆਂ ਤੋਂ ਬਾਅਦ, ਪਹਿਲੇ ਮਰਾਠੇ ਸੀਗੇ ਫਿਰ ਪੇਸ਼ਵਾ ਹੋਏ ਨੇ। ਠੀਕ ਹੈ, ਬੰਗਾਲ ਵਾਲੇ ਉਦੋਂ ਹੋਏ ਨੇ ਜਦੋਂ ਔਰੰਗਜ਼ੇਬ ਤੋਂ ਬਾਅਦ ਵੀਕ ਹੋ ਗਿਆ ਸੀ ਮੁਗਲ ਐਮਪਾਇਰ, ਤਾਂ ਬੰਗਾਲ ਵਾਲੇ ਇਹ ਪਹਿਲੇ ਬੰਗਾਲ ਜਿਹੜਾ ਸੀ ਨਵਾਬ ਆਫ ਬੰਗਾਲ, ਇਹ ਪਾਰਟ ਸੀਗਾ ਔਰੰਗਜ਼ੇਬ ਦਾ, ਬਟ ਔਰੰਗਜ਼ੇਬ ਦੀ ਡੈਥ ਤੋਂ ਬਾਅਦ ਫਿਰ ਨਵਾਬ ਆਫ ਬੰਗਾਲ ਜਿਹੜਾ ਸੀਗਾ ਉਹਨੇ ਆਪਣੇ ਆਪ ਨੂੰ ਇੱਕ ਇੰਡੀਪੈਂਡੈਂਟ ਨਵਾਬ ਡਿਕਲੇਅਰ ਕਰਤਾ ਸੀਗਾ। ਗੁਰੂ ਤੇਗ ਬਹਾਦਰ ਜੀ ਦੇ ਵਿੱਚ ਫ੍ਰੈਂਚ ਵੀ ਕਰ ਰਹੇ ਸੀਗੇ। ਠੀਕ ਹੈ, ਫ੍ਰੈਂਚ ਜਿਹੜੇ ਸੀ ਇਹ ਆ ਚੁੱਕੇ ਸੀਗੇ। ਠੀਕ ਹੈ, ਇਹਨਾਂ ਨੇ ਆਪਣੀ ਫ੍ਰੈਂਚ ਈਸਟ ਇੰਡੀਆ ਕੰਪਨੀ ਸੈਟਅਪ ਕੀਤੀ ਸੀ 1664 ਦੇ ਵਿੱਚ। 1668 ਦੇ ਵਿੱਚ ਫ੍ਰਾਂਸਿਸਕੋ ਕੈਰਨ ਨੇ ਆਪਣੀ ਫਸਟ ਫੈਕਟਰੀ ਸੂਰਤ ਦੇ ਵਿੱਚ ਖੋਲੀ। ਜ਼ਿਆਦਾਤਰ ਜਿਹੜੀਆਂ ਫੈਕਟਰੀ ਸੀਗੀਆਂ ਸੂਰਤ ਅਤੇ ਮਸੂਲੀਪਟਨਮ ਦੇ ਵਿੱਚ ਹੀ ਖੋਲੀਆਂ ਗਈਆਂ ਸੀ, ਉਦੋਂ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ। 1674 ਦੇ ਫ੍ਰਾਂਸਿਸਕੋ ਮਾਰਟਿਨ, ਠੀਕ ਹੈ ਜੀ, ਇਹਨਾਂ ਨੇ ਪੌਂਡੀਚੇਰੀ ਦੀ ਸੈਟਅਪ ਕੀਤੀ ਹੈ, ਫਸਟ ਗਵਰਨਰ ਆਫ ਬੰਗਾਲ, ਤੇ ਬੰਗਾਲ ਦੇ ਫਸਟ ਗਵਰਨਰ ਵੀ ਬਣੇ ਫ੍ਰੈਂਚ ਈਸਟ ਇੰਡੀਆ ਕੰਪਨੀ ਵੱਲੋਂ। ਠੀਕ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਟਾਈਮ ਸੀ 1675 ਤੋਂ ਲੈ ਕੇ 1708। ਮੁਗਲ ਕਿਹੜੇ ਸੀ, ਪਹਿਲੇ ਤਾਂ ਔਰੰਗਜ਼ੇਬ ਸੀ 1675 ਤੋਂ 1707 ਤੱਕ। ਔਰੰਗਜ਼ੇਬ ਦੀ ਡੈਥ ਤੋਂ ਬਾਅਦ ਬਹਾਦਰ ਸ਼ਾਹ 1 1707 ਤੋਂ 1708 ਤੱਕ। ਠੀਕ ਹੈ, ਇਹ ਦੋ ਸੀਗੇ, ਇਹਨਾਂ ਦਾ ਕੋਈ ਲੜਾਈ ਝਗੜਾ ਨਹੀਂ, ਆਪਣਾ ਮਤਲਬ ਐਕਟੀਵਿਟੀ ਸੀਗੇ, ਪਰ ਮੇਜਰ ਐਕਟੀਵਿਟੀ ਨਹੀਂ ਸੀ। ਪੁਰਤਗਾਲ, ਬਾਕੀ ਜਿਹੜੇ ਸੀ ਬ੍ਰਿਟਿਸ਼ ਵਾਲੇ ਵੀ ਆਪਣਾ ਕੰਮ ਗਏ। ਮਰਾਠਾ ਜਿਹੜੇ ਸੀ, ਸ਼ਿਵਾਜੀ ਦੀ 1680 ਦੇ ਵਿੱਚ ਡੈਥ ਹੋ ਗਈ ਸੀ। ਸ਼ਿਵਾਜੀ ਦੀ ਡੈਥ ਤੋਂ ਬਾਅਦ ਜਿਹੜੇ ਉਸ ਤੋਂ ਬਾਅਦ ਜਿਹੜੇ ਨੈਕਸਟ ਆਏ, ਸ਼ੰਭਾਜੀ 1680 to 1689, ਰਾਜਾ ਰਾਮ 89 to 1700, ਸ਼ਿਵਾਜੀ 2 1700 to 1706, ਸ਼ਾਹੂ ਜੀ 1707 to 7। ਕਾਫੀ ਬੰਦੇ ਜਿਹੜੇ ਸੀ ਮਰਾਠਾ ਜਿਹੜੇ ਰੂਲਰਸ ਚੇਂਜ ਹੋ ਗਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਵਿੱਚ ਹੀ, ਸ਼ਿਵਾਜੀ ਤੋਂ ਲੈ ਕੇ ਸ਼ਾਹੂ ਜੀ ਤੱਕ। ਠੀਕ ਹੈ, 5 ਰੂਲਰਸ ਜਿਹੜੇ ਚੇਂਜ ਹੋ ਗਏ ਸੀਗੇ। ਤੇ ਜਿਹੜੀ 1707 ਦੇ ਵਿੱਚ, ਠੀਕ ਹੈ, ਇੱਕ ਲੜਾਈ ਹੋਈ ਬੈਟਲ ਆਫ ਖੇੜਾ। ਇਹ ਕਿਹਦੇ ਸ਼ਾਹੂ ਜੀ ਦੇ ਨਾਲ ਕਿਹੜਾ ਸੀ, ਬਾਲਾ ਜੀ ਵਿਸ਼ਵਨਾਥ ਤੋਂ ਬਾਅਦ ਪੇਸ਼ਵਾ ਸਟਾਰਟ ਹੋ ਜਾਣਗੇ। ਠੀਕ ਹੈ ਜੀ, ਇਹਨਾਂ ਲੜਾਈ ਕਿ ਸ਼ਿਵਾਜੀ 2 ਨਾਲ ਹੋਈ ਸੀ। ਸ਼ਿਵਾਜੀ 2 ਛੋਟਾ ਬੱਚਾ ਸੀਗਾ, ਸ਼ਿਵਾਜੀ 2 ਦੇ ਮਦਰ ਤਾਰਾਬਾਈ ਨਾਲ ਹੋਈ ਸੀ। ਇਹਨਾਂ ਦੀ ਲੜਾਈ ਹੋਈ ਸੀ, ਜਿਹਦੇ ਵਿੱਚ ਸ਼ਾਹੂ ਜੀ ਤੇ ਬਾਲਾ ਜੀ ਵਿਸ਼ਵਨਾਥ ਜਿੱਤ ਗਏ ਸੀ ਤੇ ਸ਼ਿਵਾਜੀ 2 ਹਾਰ ਗਏ ਸੀ।
ਫਿਰ ਨਵਾਬ ਆਫ ਬੰਗਾਲ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਨਾ ਜਦੋਂ ਇਹਨਾਂ ਦੀ ਡੈਥ ਹੋਈ ਔਰੰਗਜ਼ੇਬ ਦੀ 1707 ਤੋਂ ਬਾਅਦ ਜਿਹੜਾ ਬੰਗਾਲ ਦਾ ਨਵਾਬ ਜਿਹੜਾ ਸੀ ਉਹ ਐਗਜ਼ਿਸਟ ਕਰ ਰਿਹਾ ਸੀ, ਕਿਉਂਕਿ ਪਹਿਲੇ ਉਸ ਤੋਂ ਪਹਿਲਾਂ ਜਿਹੜੀ ਨਵਾਬ ਬੰਗਾਲ ਸੀ ਇਹ ਇੱਕ ਔਰੰਗਜ਼ੇਬ ਦਾ ਹੀ ਪਾਰਟ ਸੀ, ਮੁਗਲ ਐਮਪਰਰ ਦਾ ਹੀ ਪਾਰਟ ਸੀ। ਠੀਕ ਹੈ, ਤੇ ਜਦੋਂ ਇਹਦੀ ਡੈਥ ਹੋਈ 1707 'ਚ ਇਹਨਾਂ ਨੇ ਇੰਡੀਪੈਂਡੈਂਟ ਡਿਕਲੇਅਰ ਕਰਤਾ ਸੀ ਵੀ ਮੈਂ ਨਵਾਬ ਹਾਂ ਬੰਗਾਲ ਦਾ। ਠੀਕ, ਔਰੰਗਜ਼ੇਬ ਡਿਕਲੇਅਰਡ ਮੁਰਸ਼ਿਦ ਅਲੀ ਖਾਨ ਐਸ ਸੂਬੇਦਾਰ ਆਫ ਬੰਗਾਲ, ਇਹਨਾਂ ਨੇ ਮੁਰਸ਼ਿਦ ਅਲੀ ਖਾਨ ਨੂੰ ਕਰਿਆ ਸੀ ਸੂਬੇਦਾਰ 1700 ਔਰੰਗਜ਼ੇਬ। ਆਫਟਰ ਡੈਥ ਆਫ ਔਰੰਗਜ਼ੇਬ ਹੀ ਡਿਕਲੇਅਰਡ ਹਿਮ ਨਵਾਬ ਆਫ ਬੰਗਾਲ ਐਂਡ ਡਾਈਡ ਇਨ 1727 ਦੇ ਵਿੱਚ ਡੈਥ ਹੋ ਗਈ। ਫਿਰ ਮੈਸੂਰ ਪੇਸ਼ਾਵਰ ਤਾਂ ਸੀਗੇ ਨਹੀਂ ਉਸ ਟਾਈਮ। ਠੀਕ ਹੈ, ਹੁਣ ਆ ਦੇਖੋ ਤੁਸੀਂ ਇੱਕ ਚੀਜ਼ ਬੜੀ ਇੰਪੋਰਟੈਂਟ ਚੀਜ਼ ਸੋਚਣ ਵਾਲੀ ਹੈ। ਦੇਖੋ ਇਹ ਜਿੰਨੇ ਵੀ ਕੰਟਰੀ ਸੀਗੇ ਫਰਾਂਸ, ਨੀਦਰਲੈਂਡ, ਡੈਨਮਾਰਕ, ਪੁਰਤਗਾਲ ਤੇ ਇੰਗਲੈਂਡ, ਇਹ ਸਾਰੇ ਯੂਰੋਪੀਅਨ ਕੰਟਰੀ ਸੀ। ਦੇਖੋ ਪੁਰਤਗਾਲ ਸਭ ਤੋਂ ਪਹਿਲਾਂ ਪੁਰਤਗਾਲ ਵਾਲੇ ਹਿੰਦੁਸਤਾਨ 'ਚ ਆਏ ਸੀਗੇ 1498 'ਚ ਤੇ 1961 'ਚ ਗਏ ਸੀਗੇ। ਠੀਕ ਹੈ, ਇਹ ਯੂਰੋਪੀਅਨ ਕੰਟਰੀ ਸੀਗਾ। ਫਿਰ ਡੱਚ ਵਾਲੇ ਆਏ। ਠੀਕ ਹੈ, ਡੱਚ ਦੇਖੋ ਨੀਦਰਲੈਂਡ ਵਾਲੇ ਉਰੇ, ਇਹ ਵੀ ਯੂਰੋਪੀਅਨ ਕੰਟਰੀਜ਼। ਫਿਰ ਬ੍ਰਿਟਿਸ਼ਰਸ ਆਏ, ਇੰਗਲੈਂਡ ਵਾਲੇ ਆਏ, ਇਹ ਵੀ ਡੱਚ ਕੰਪਨੀ ਸੀ ਯੂਰੋਪੀਅਨ। ਫਿਰ ਡੈਨਮਾਰਕ, ਫਰਾਂਸ, ਇਹ ਸਾਰੇ ਯੂਰੋਪੀਅਨ ਕੰਟਰੀਜ਼ ਜਿਹੜੇ ਸੀਗੇ ਇੰਡੀਆ 'ਚ ਕਿਉਂ ਆਏ, ਇਹਦਾ ਕੀ ਰੀਜ਼ਨ ਹੈ? ਬੜਾ ਇੰਪੋਰਟੈਂਟ ਪੁਆਇੰਟ ਹੈ ਵੀ ਸਾਡੇ ਕੋਲ ਇੰਨੇ ਦੂਰੋਂ ਆ ਗਏ ਸੀ। ਦੇਖੋ ਕਿੱਥੇ ਆ ਪੁਰਤਗਾਲ ਸੀ, ਆ ਪੂਰਾ ਅਫਰੀਕਾ ਕ੍ਰਾਸ ਕਰਕੇ ਇੱਥੋਂ ਦੀ ਆ ਡਿਸਟੈਂਸ ਤੋਂ ਬਾਅਦ ਬੰਦਾ ਇੰਡੀਆ ਪਹੁੰਚਦਾ ਸੀ। ਇੰਨੀ ਦੂਰੋਂ ਸਾਡੇ ਕੋਲ ਕਿਉਂ ਆਏ? ਇਹਦਾ ਬਹੁਤ ਵੱਡਾ ਰੀਜ਼ਨ ਸੀਗਾ। ਦੇਖੋ ਪਹਿਲੇ ਤਾਂ ਦੇਖੋ ਮਸੂਲੀਪਟਨਮ ਦਾ ਮੈਪ, ਆ ਮਸੂਲੀਪਟਨਮ ਉਰੇ ਜੇ ਹੈ। ਠੀਕ ਹੈ, ਚੇਨਈ ਤੋਂ ਉੱਪਰ ਜਾ ਕੇ। ਠੀਕ ਹੈ, ਸੂਰਤ ਜਿਹੜਾ ਸੀ ਉਰੇ ਸੀਗਾ। ਇਹ ਜਿਹੜੇ ਸਮੁੰਦਰ ਦੇ ਰਸਤੇ ਆਉਂਦੇ ਸੀਗੇ, ਇਸੇ ਲਈ ਇਹ ਜਿੰਨੇ ਵੀ ਇਹ ਜਿਹੜੇ ਪੋਰਟ ਸੀਗੇ ਸਮੁੰਦਰ ਦੇ ਉੱਤੇ ਹੀ ਹੁੰਦੇ ਸੀ, ਤਾਂ ਕਿ ਜਿਹਨਾਂ ਨੂੰ ਆਉਣ ਜਾਣ ਦੇ ਵਿੱਚ ਦੇਖੋ ਸਾਰਾ ਸਮੁੰਦਰ ਦਾ ਰਸਤਾ ਜਿਹੜਾ ਸੀ ਸਾਰਾ ਕਵਰ ਕਰਕੇ ਆਉਂਦੇ ਸੀ। ਤਾਂ ਇਹਨਾਂ ਨੂੰ ਜਿਹੜਾ ਚਾਹੀਦਾ ਸੀਗਾ ਸਮੁੰਦਰ ਦੇ ਨੇੜੇ ਚਾਹੀਦਾ। ਸੂਰਤ ਇੱਧਰਲੇ ਪਾਸੇ ਸੀ ਤੇ ਮਸੂਲੀਪਟਨਮ ਇੱਧਰਲੇ ਪਾਸੇ ਸੀ। ਠੀਕ ਹੈ, ਆ ਦੇਖੋ ਮਸੂਲੀਪਟਨਮ ਇੱਧਰਲੀ ਸਾਈਡ ਤੇ ਹੈ, ਸੂਰਤ ਇੱਧਰਲੀ ਸਾਈਡ ਤੇ ਹੈ। ਹੁਣ ਦੇਖੋ ਇਹ ਜਿਹੜੇ ਯੂਰੋਪੀਅਨ ਕੰਟਰੀਜ਼ ਜਿਹੜੇ ਸਾਡੇ ਕੋਲ ਕਿਉਂ ਆਏ? ਕਿਉਂਕਿ ਦੇਖੋ 10,000 ਸਾਲ ਤੋਂ ਸਾਡੇ ਜਿਹੜੇ ਕਿਸਾਨੀ ਖੇਤੀਬਾੜੀ ਦਾ ਕੰਮ ਚੱਲਦਾ ਸੀ। ਹੁਣ ਮੇਨ ਇਹਦਾ ਰੀਜ਼ਨ ਸੀਗਾ 1760 ਤੋਂ 1850 ਦੇ ਵਿੱਚ ਫਸਟ ਇੰਡਸਟਰੀਅਲ ਰੈਵੋਲੂਸ਼ਨ ਹੋਇਆ ਵਰਲਡ ਦੇ ਵਿੱਚ, ਜਿਹਦੇ ਵਿੱਚ ਇਟ ਵਾਜ਼ ਨੋਨ ਐਜ਼ ਦਾ ਏਜ ਆਫ ਮਕੈਨੀਕਲ ਪ੍ਰੋਡਕਸ਼ਨ, ਜਿਹਦੇ ਵਿੱਚ ਇੰਗਲੈਂਡ ਦੇ ਵਿੱਚ ਕੋਲਾ ਜਿਹੜਾ ਸੀ ਤੇ ਆਇਰਨ ਜਿਹੜਾ ਸੀ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਮਿਲਿਆ। ਠੀਕ ਹੈ, ਆਇਰਨ ਸੀਗਾ ਪਹਿਲੇ ਵੀ, ਬਟ ਆਇਰਨ ਨੂੰ ਅਸੀਂ ਕਿਸੇ ਸ਼ੇਪ 'ਚ ਨਹੀਂ ਦੇ ਸਕਦੇ ਸੀ, ਕਿਉਂਕਿ ਆਇਰਨ ਨੂੰ ਕਿਸੇ ਸ਼ੇਪ 'ਚ ਦੇਣ ਲਈ ਉਹਨੂੰ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਤੇ ਸਾਨੂੰ ਇੱਕ ਡਿਵੈਲਪ ਕਰਨਾ ਪਏਗਾ। ਠੀਕ ਹੈ, ਪਰ ਜਦੋਂ ਕੋਲੇ ਦੀ ਸਾਨੂੰ ਪਤਾ ਲੱਗਿਆ, ਇਹਨਾਂ ਨੂੰ ਉਸ ਟਾਈਮ ਪਤਾ ਲੱਗਿਆ ਕੋਲੇ ਦੀ ਟੈਂਪਰੇਚਰ ਇੰਨਾ ਜ਼ਿਆਦਾ ਸੀਗਾ ਵੀ ਆਇਰਨ ਨੂੰ ਕਿਸੇ ਵੀ ਸ਼ੇਪ 'ਚ ਕਨਵਰਟ ਕਰ ਸਕਦੇ ਸੀ ਕੋਲੇ ਦੇ ਨਾਲ। ਤਾਂ ਇਹਨਾਂ ਨੇ ਕੀ ਕੀਤਾ, ਕੋਲੇ ਤੇ ਆਇਰਨ ਦੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਅਸੀਂ ਪ੍ਰੋਡਕਸ਼ਨ ਸਟਾਰਟ ਕੀਤੀ। ਆਇਰਨ ਤੇ ਕਮਰਸ਼ੀਅਲ ਲੈਵਲ ਇਨ ਮੇਕਿੰਗ ਮਸ਼ੀਨ ਟੂਲ, ਸਟੀਮ ਇੰਜਨ, ਨਿਊ ਇਨਵੈਂਸ਼ਨ ਸਟਾਰਟ ਕਰਤੀਆਂ ਉਸ ਟਾਈਮ ਤੇ। ਠੀਕ ਹੈ, ਦੇਖੋ ਸਟੀਮ ਇੰਜਨ ਵੀ ਉਹਨਾਂ ਟਾਈਮਾਂ ਦੇ ਵਿੱਚ ਬਣਿਆ। ਫਸਟ ਟ੍ਰੇਨ 1830 ਦੇ ਵਿੱਚ ਆਈ। ਠੀਕ ਹੈ, ਕੈਮੀਕਲ ਮੈਨੂਫੈਕਚਰਿੰਗ ਕੰਪਨੀਜ਼ ਵੀ, ਟੈਕਸਟਾਈਲ ਇੰਡਸਟਰੀਜ਼ ਵੀ ਜਿਹੜੀਆਂ ਸੀ ਉਸ ਟਾਈਮ ਤੇ ਬਹੁਤ ਡਿਵੈਲਪ ਹੋਈਆਂ। ਹੁਣ ਮੁੱਦਾ ਕੀ ਸੀ, ਇਹ ਟੈਕਸਟਾਈਲ ਇੰਡਸਟਰੀ ਲਈ, ਸਟੀਮ ਕੋਲੇ ਲਈ, ਹੋਰ ਚੀਜ਼ਾਂ ਲਈ। ਠੀਕ ਹੈ, ਇਹਨਾਂ ਨੂੰ ਇੱਕ ਰॉ ਮਟੀਰੀਅਲ ਵੀ ਚਾਹੀਦਾ ਸੀ ਫੈਕਟਰੀਆਂ ਲਈ, ਤੇ ਦੂਸਰਾ ਇਹਨਾਂ ਦੇ ਜਿਹੜੇ ਪ੍ਰੋਡਕਟ ਸੀਗੇ ਉਹ ਆਪਣੇ ਸੇਲ ਕਰਨ ਲਈ ਵੀ ਇਹਨਾਂ ਨੂੰ ਚਾਹੀਦਾ ਸੀ ਕਿਸੇ ਪਾਸੇ ਅਸੀਂ ਸੇਲ ਕਰ ਸਕੀਏ। ਉਹਨਾਂ ਚੱਕਰਾਂ ਦੇ ਵਿੱਚ ਇਹ ਜਿਹੜੇ ਸੀ ਆਪਣੇ ਯੂਰੋਪੀਅਨ ਕੰਟਰੀਜ਼ ਤੋਂ ਬਾਹਰ ਨਿਕਲਦੇ ਸੀ ਸਾਰੇ, ਤਾਂ ਕਿ ਮੈਕਸਿਮਮ ਏਰੀਆ ਕਵਰ ਕਰ ਸਕਣ, ਜਿੱਥੋਂ ਇਹਨਾਂ ਨੂੰ ਰॉ ਮਟੀਰੀਅਲ ਵੀ ਮਿਲੇ ਤੇ ਆਪਣੇ ਜਿਹੜੇ ਪ੍ਰੋਡਕਟਸ ਨੇ, ਫਿਨਿਸ਼ਡ ਪ੍ਰੋਡਕਟਸ ਵੀ ਇਹ ਆਪਣੇ ਅੱਗੇ ਦੇ ਸਕਣ। ਠੀਕ ਹੈ, ਇਸ ਲਈ ਇੰਨੀ ਦੂਰੋਂ ਆਉਂਦੇ ਸੀ ਤਾਂ ਕਿ ਆਪਣੀ ਮਾਰਕੀਟ ਵਧਾ ਸਕਣ, ਫਿਨਿਸ਼ ਪ੍ਰੋਡਕਟਸ ਵੀ ਦੇ ਸਕਣ ਤੇ ਆਪਣੇ ਰॉ ਮਟੀਰੀਅਲ ਦੀ ਵੀ ਜਿਹੜੀ ਰਿਕੁਆਇਰਮੈਂਟ ਸੀ ਪੂਰੀ ਕਰ ਸਕਣ। ਦੇਖੋ ਫਸਟ ਫੇਜ਼ ਆਫ ਇੰਡਸਟਰੀ ਬਿਗਨ ਇਨ ਇੰਗਲੈਂਡ, ਇਹ ਇੰਗਲੈਂਡ ਤੋਂ ਸ਼ੁਰੂ ਹੋਇਆ ਸੀਗਾ। ਠੀਕ ਹੈ, ਬਟ ਇਹ ਹੌਲੀ ਹੌਲੀ ਫਰਾਂਸ, ਜਰਮਨੀ ਇੱਧਰਲੇ ਕੰਟਰੀਜ਼ ਦੇ ਵਿੱਚ ਫੈਲਦਾ ਰਿਹਾ, ਯੂਰੋਪੀਅਨ ਕੰਟਰੀਜ਼ ਦੇ ਵਿੱਚ। ਬਟ ਇਨ ਦਿਸ ਦੇ ਨੀਡ ਕਲੋਨੀਜ਼ ਫॉर ਰॉ ਮਟੀਰੀਅਲ ਰੈਡੀ ਮਾਰਕੀਟ ਚਾਹੀਦੀ ਸੀ, ਕਲੋਨੀਜ਼ ਰॉ ਮਟੀਰੀਅਲ ਚਾਹੀਦਾ ਸੀ, ਇਸ ਲਈ ਬਾਕੀ ਕੰਟਰੀਜ਼ ਦੇ ਵਿੱਚ ਮੂਵ ਕਰਦੇ ਸੀ। ਇਸ ਚੱਕਰ ਦੇ ਵਿੱਚ ਇਹਨਾਂ ਦੀ ਗਰੋਥ ਜਿਹੜੀ ਬਹੁਤ ਜ਼ਿਆਦਾ GDP ਵਰਲਡ ਦੇ ਕੰਟਰੀਜ਼, ਯੂਰੋਪੀਅਨ ਕੰਟਰੀਜ਼ ਬਹੁਤ ਜ਼ਿਆਦਾ ਅਮੀਰ ਹੋਣ ਲੱਗ ਗਏ। ਠੀਕ ਹੈ, ਬਟ ਇਹਨਾਂ ਦੇ ਵਿੱਚ ਕੀ ਸੀਗਾ, ਟੈਕਨੋਲੋਜੀ ਨੂੰ ਟਰਾਂਸਫਰ ਨਹੀਂ ਕਰਦੇ ਸੀ ਦੂਸਰੇ ਕੰਟਰੀਜ਼ ਦੇ ਵਿੱਚ। ਇਹ ਸਭ ਤੋਂ ਇਹਨਾਂ ਦੇ ਸੀਗਾ, ਤਾਂ ਲੋਕੀ ਉੱਥੇ ਜਾਂਦੇ ਸੀ ਕੰਮ ਕਰਨ। ਠੀਕ ਹੈ, ਹੋਪ ਤੁਹਾਨੂੰ ਸਾਰਾ ਸਮਝ ਆ ਗਿਆ ਹੋਏਗਾ ਕਿਉਂ ਇਹ ਕੰਟਰੀਜ਼ ਇੱਧਰੋਂ ਇੰਡੀਆ ਵੱਲ ਆਏ, ਕੀ ਸਿਸਟਮ ਸੀ, ਕਿਉਂ ਆਉਂਦੇ ਸੀ, ਹੈ ਨਾ। ਬੱਚਿਆਂ ਨੂੰ ਜ਼ਰੂਰ 2-4 ਵਾਰ ਸੁਣੋ ਤੇ ਆਪਣੇ ਅੱਗੇ ਫਰੈਂਡਸ ਨੂੰ ਵੀ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ। ਠੀਕ ਹੈ, ਆਪਾਂ ਹੋਰ ਵੀ ਬਹੁਤ ਵੀਡੀਓਜ਼ ਪਾਵਾਂਗੇ। ਤੀਸਰੀ ਇੱਕ ਸਿੱਖ ਪਾਰਟਸ ਹੋਰ ਵੀਡੀਓ ਪਾਣੀ ਹੈ, ਜਿਹਦੇ ਵਿੱਚ ਜਿਹੜੇ ਸਿੱਖ ਲੀਡਰਸ ਨੇ ਉਹਨਾਂ ਦੇ ਬਾਰੇ ਦੱਸਾਂਗੇ। ਠੀਕ ਹੈ, ਚਲੋ ਥੈਂਕ ਯੂ।